ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਤੰਤਰ ਵਿਦਿਆ ਦਾ ਖੋਪ, ਇਸ ਦੀ ਇੱਕ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇਹ ਜਿਹੜੀ ਤੰਤਰ ਵਿਦਿਆ ਹੈਗੀ ਆ, ਇਹ ਤਕਰੀਬਨ ਜਦੋਂ ਦੀ ਵੇਦ ਬਣੇ ਸੀ ਵੇਦ ਦੀ ਸਮਕਾਲੀ ਮੰਨੀ ਜਾਂਦੀ ਆ। ਪਰ ਰਿਸ਼ੀਆਂ ਮੁਨੀਆਂ ਨੇ ਇੱਥੋਂ ਤੱਕ ਆਖਿਆ ਵੀ ਇਹ ਵੀ ਵਿਦਿਆ ਜਿਹੜੀ ਵੇਦਾਂ ਦੀ ਦੇਣ ਹੈਗੀ ਆ। ਦਰਅਸਲ ਗੱਲ ਇਹ ਹੈਗੀ ਕਿ ਜਿੰਨੀਆਂ ਵੀ ਵਿਧੀਆਂ ਹੈਗੀਆਂ ਇਸ ਸੰਸਾਰ ਦੇ ਅੰਦਰ, ਜੰਤਰ ਮੰਤਰ ਤੰਤਰ, ਇਹ ਹੈਗੀਆਂ ਤਾਂ ਮਨੁੱਖਤਾ ਦੀ ਭਲਾਈ ਦੇ ਵਾਸਤੇ ਆ। ਪਰ ਜਦੋਂ ਇਨਸਾਨ ਇਹਦੀ ਦੁਰਵਰਤੋਂ ਕਰਦਾ ਫਿਰ ਇਹ ਵਿਦਿਆ ਜਿਹੜੀ ਖੌਫਨਾਕ ਹੋ ਜਾਂਦੀਆਂ। ਜਿਵੇਂ ਅੱਜ ਦੀ ਸਾਇੰਸ ਹੈ, ਇਸ ਸਾਇੰਸ ਦੀ ਉਤਪਤੀ ਨੇ ਜਿੱਥੇ ਇਨਸਾਨ ਨੂੰ ਇੰਨੇ ਸੁੱਖ ਦਿੱਤੇ ਆ, ਇਹਦੇ ਨਾਲ ਦੁੱਖ ਵੀ ਜਿਹੜੇ ਆ ਇਸੇ ਹੀ ਸਾਇੰਸ ਨੇ ਪੈਦਾ ਕੀਤੇ ਆ। ਉਹ ਦੁੱਖ ਜਿਹੜੇ ਹਥਿਆਰਾਂ ਦੀ ਸ਼ਕਲ 'ਚ ਆ, ਬੰਬਾਂ ਦੀ ਸ਼ਕਲ ਦੇ ਵਿੱਚ ਹੈਗੇ ਆ। ਇਸੇ ਤਰ੍ਹਾਂ ਇਹ ਵਿਦਿਆ ਹੈਗੀ। ਇਸ ਕਰਕੇ ਜਿਹੜੇ ਇਨਸਾਨ ਆਪਣਾ ਪ੍ਰਭਾਵ ਪਾਉਣ ਲਈ ਇਸ ਵਿਦਿਆ ਦੇ ਸਹਾਰੇ ਦੇ ਨਾਲ ਆਪਣੀ ਮਨਮਰਜ਼ੀ ਕਰਾਉਂਦੇ ਆ ਸੋ ਉਸ ਟਾਈਮ ਇਹ ਜਿਹੜੀ ਤੰਤਰ ਵਿਦਿਆ ਹੈਗੀ, ਇਹ ਤੋਂ ਹਰੇਕ ਆਦਮੀ ਖੌਫ ਖਾਂਦਾ ਹੈਗਾ। ਸੋ ਇਸ ਕਰਕੇ ਇਹ ਜਿਹੜੇ ਤੰਤਰ ਹੈਗੇ ਆ, ਇਹ ਵਿਦਿਆ ਇੰਨੀ ਲੰਮੇ ਸਮੇਂ ਵਾਸਤੇ ਪ੍ਰਾਪਤ ਕਰਨੀ ਔਖੀ ਨਹੀਂ ਹੈਗੀ ਆ। ਇਹਦੇ ਵਾਸਤੇ ਥੋੜ੍ਹਾ ਸਮਾਂ ਚਾਹੀਦਾ ਹੈ। ਬਸ਼ਰਤ ਇਹ ਹੈ ਕਿ ਜਿਸ ਆਦਮੀ ਨੂੰ ਇਹ ਤੰਤਰ ਵਿਦਿਆ ਸਿੱਖਣੀ ਆ ਜਾਂ ਹਾਸਲ ਕਰਨੀ ਉਹਦਾ ਜਿਹੜਾ ਹਿਰਦਾ ਹੈਗਾ, ਦਿਲ ਜਿਗਰਾ ਮਜ਼ਬੂਤ ਹੋਣਾ ਚਾਹੀਦਾ ਹੈਗਾ। ਸੋ ਮਜ਼ਬੂਤ ਆਦਮੀ ਹੀ ਮਜ਼ਬੂਤ ਸਰੀਰ ਵਾਲੇ ਇਸ ਵਿਦਿਆ ਦੇ ਵਿੱਚ ਨਿਪੁੰਨ ਮੰਨੇ ਜਾਂਦੇ ਆ। ਇਸ ਕਰਕੇ ਬਾਬਾ ਨੰਦ ਸੋਹਣਾ ਦੇ ਬਚਨ ਆ ਕਿ ਜਿਹੜਾ ਕਮਜ਼ੋਰ ਮਨ ਦਾ ਆਦਮੀ ਹੋਵੇ, ਕਮਜ਼ੋਰ ਮਨ ਦੇ ਆਦਮੀ ਨੂੰ ਭੂਤ ਪ੍ਰੇਤਾਂ ਦਾ ਡਰ ਜ਼ਿਆਦਾ ਚੁੰਮੜਦਾ ਹੈਗਾ। ਅਤੇ ਇਸ ਕਰਕੇ ਜਿਹੜੇ ਮਨ ਦੇ ਤਕੜੇ ਹੋਣ ਆਦਮੀ, ਮਜ਼ਬੂਤ ਹੋਣ, ਜਿਗਰੇ ਵਾਲੇ ਹੋਣ, ਉਹ ਇਹਨਾਂ ਚੀਜ਼ਾਂ ਦਾ ਸਾਹਮਣਾ ਬੜੀ ਛੇਤੀ ਕਰ ਲੈਂਦੇ ਆ। ਇਸ ਕਰਕੇ ਮਨ ਦੀ ਮਜ਼ਬੂਤੀ ਵਾਸਤੇ ਹੀ ਸਾਨੂੰ ਗੁਰਮਤਿ ਨੇ ਇਹ ਗਿਆਨ ਬਖਸ਼ਿਆ ਹੈਗਾ। ਜਿਹਨਾਂ ਦਾ ਮਨ ਕਮਜ਼ੋਰ ਆ, ਉਹਨਾਂ ਨੂੰ ਨਾਮ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਮਨ ਜਿਹੜਾ ਬਾਣੀ ਪੜ੍ਹਨ ਦੇ ਨਾਲ ਮਜ਼ਬੂਤ ਹੋਵੇ। ਅਤੇ ਇਸੇ ਤਰ੍ਹਾਂ ਜਿਨ੍ਹਾਂ ਦਾ ਮਨ ਕੁਦਰਤੀ ਤੌਰ ਦੇ ਉੱਤੇ ਮਜ਼ਬੂਤ ਹੁੰਦਾ ਹੈਗਾ, ਅਗਰ ਉਹ ਸ਼ਖਸ ਇਸ ਵਿਦਿਆ ਨੂੰ ਹਾਸਲ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਆ, ਅਤੇ ਜਿਹੜੇ ਇਹੋ ਜਿਹੇ ਆਦਮੀ ਆ ਫਿਰ ਦੁਨੀਆ ਦੀ ਭਲਾਈ ਕਰਨ ਦੀ ਬਜਾਏ ਆਪਣੀ ਮਨਮਰਜ਼ੀ ਦਾ ਰਾਜ ਚਲਾਉਂਦੇ ਆ। ਜਿਵੇਂ ਭਾਰਤ ਦੇ ਇੱਕ ਬਹੁਤ ਵੱਡੇ ਤਾਂਤਰਿਕ ਹੋਏ ਆ, ਜਿਨ੍ਹਾਂ ਦਾ ਨਾਂ ਹੋਇਆ ਚੰਦਰਾ ਸਵਾਮੀ। ਸੋ ਜਿਹੜੇ ਚੰਦਰਾ ਸਵਾਮੀ ਸੀਗੇ, ਇਹ ਬਹੁਤ ਵੱਡੇ ਤਾਂਤਰਿਕ ਸੀਗੇ। ਇਹਨਾਂ ਨੇ ਇੱਥੋਂ ਤੱਕ ਉਸ ਸਮੇਂ ਦੀ ਸਰਕਾਰ ਦੇ ਜਿੰਨੇ ਮਿਨਿਸਟਰ ਸੀ, ਆਪਣੀ ਤੰਤਰ ਵਿਦਿਆ ਦੇ ਸਹਾਰੇ ਆਪਣੀ ਮੁੱਠੀ ਦੇ ਵਿੱਚ ਕੀਤੇ ਸੀਗੇ। ਅਤੇ ਇਸ ਤੰਤਰ ਵਿਦਿਆ ਦੇ ਆਸਰੇ 'ਤੇ ਹੀ ਚੰਦਰਾ ਸਵਾਮੀ ਨੇ ਐਸੇ ਗਲਤ ਕੰਮ ਇਹਨਾਂ ਮੰਤਰੀਆਂ ਤੋਂ ਜਾਂ ਹੋਰ ਆਪਣੇ ਜਿੰਨੇ ਵੀ ਉਹਦੇ ਨਾਲ ਦੇ ਸੰਗੀ ਸਾਥੀ ਸੀ, ਉਹਨਾਂ ਤੋਂ ਕਰਾ ਲਏ ਸੀਗੇ। ਸੋ ਜਿਸ ਕਰਕੇ ਇਸ ਤੰਤਰ ਵਿਦਿਆ ਤੋਂ ਹਰੇਕ ਆਦਮੀ ਖੌਫ ਖਾਂਦਾ ਸੀਗਾ। ਪਰ ਸਮਾਂ ਪੈਣ ਦੇ ਉੱਤੇ ਇਸ ਚੰਦਰਾ ਸਵਾਮੀ ਨੂੰ ਜਦ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰਨ ਲੱਗੇ ਸੀ, ਤਾਂ ਫਿਰ ਇਹਨੇ ਸ਼ਰੇਆਮ ਇਹ ਕਹਿ ਦਿੱਤਾ ਸੀਗਾ ਕਿ ਅਗਰ ਮੈਨੂੰ ਕਿਸੇ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਤਾਂ ਮੈਂ ਸਾਰੇ ਰਾਜ ਉਗਲ ਦਿਆਂਗਾ। ਇਸ ਕਰਕੇ ਇਹਨੇ ਬਹੁਤ ਸਾਰੇ ਆਦਮੀਆਂ ਦੇ ਨਾਂ ਲਏ, ਪਰ ਜਿਹਨੇ ਆਦਮੀਆਂ ਦੇ ਨਾਂ ਲਏ ਸੀ ਉਸ ਟਾਈਮ ਉਹਨਾਂ ਦੀ ਸਰਕਾਰ ਹੈ ਨਹੀਂ ਸੀਗੀ, ਜਿਸ ਕਰਕੇ ਇਸ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ। ਪਰ ਇਸ ਨੇ ਇਹ ਵੀ ਜਿਹੜਾ ਸ਼ਰਤੀ ਐਲਾਨ ਕੀਤਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਕਿ ਅਗਰ ਗਣੇਸ਼ ਦੀਆਂ ਮੂਰਤੀਆਂ ਨੇ ਹਿੰਦੁਸਤਾਨ ਦੇ ਵਿੱਚ ਦੁੱਧ ਪੀਤਾ ਹੈਗਾ, 3-4 ਮੂਰਤੀਆਂ ਨੇ, ਉਹਦੇ ਪਿੱਛੇ ਮੇਰੀ ਤਾਂਤਰਿਕ ਵਿਦਿਆ ਹੀ ਕੰਮ ਕਰਦੀ ਆ। ਅਸੀਂ ਹੋਰ ਵੀ ਦੇਖਦੇ ਹਾਂ ਕਿ ਜਿਹੜੇ ਨਾਮ ਬਾਰੇ ਇੱਥੇ ਹਿੰਦੁਸਤਾਨ 'ਚ ਮਹਾਤਮਾ ਹੋਏ ਆ, ਜਿਨ੍ਹਾਂ ਨੇ ਆਪਣੇ ਵਾਲਾਂ ਦੇ ਵਿੱਚੋਂ ਰਾਖ ਕੱਢ ਕੇ ਦੁਨੀਆ ਨੂੰ ਦਿਖਾਲੀ ਆ ਜਾਂ ਹੋਰ ਚਮਤਕਾਰੀਆਂ ਚੀਜ਼ਾਂ ਦਿਖਾਲੀਆਂ ਹੈਗੀਆਂ, ਜਿਸ ਕਰਕੇ ਉਹਨਾਂ ਦੇ ਲੱਖਾਂ ਸ਼ਰਧਾਲੂ ਹੋਏ ਆ। ਇਹ ਸਾਰੀ ਤੰਤਰ ਵਿਦਿਆ ਦੀ ਖੇਡ ਹੀ ਸੀਗੀ। ਅਸਲ ਦੇ ਵਿੱਚ ਗੁਰਮਤਿ ਦੇ ਨਾਲ ਉਹਨਾਂ ਦਾ ਦੂਰ ਨੇੜੇ ਦਾ ਕੋਈ ਰਿਸ਼ਤਾ ਨਹੀਂ ਸੀਗਾ। ਇਹ ਤੰਤਰ ਵਿਦਿਆ ਦਾ ਇੱਕ ਕਮਾਲ ਹੈਗਾ। ਸੋ ਜਿਹੜੇ ਇਨਸਾਨ ਤੰਤਰ ਵਿਦਿਆ ਦੇ ਮਾਹਰ ਹੋ ਜਾਂਦੇ ਆ, ਇਹੋ ਜਿਹੇ ਆਦਮੀ ਆਪਣੇ ਜੀਵਨ ਦੇ ਵਿੱਚ ਲੱਖਾਂ ਰੁਪਈਆ, ਕਰੋੜਾਂ ਰੁਪਈਆ ਕਮਾ ਲੈਂਦੇ ਆ। ਜਿਵੇਂ ਚੰਦਰਾ ਸਵਾਮੀ ਨੇ ਆਪਣੇ ਜੀਵਨ ਦੇ ਵਿੱਚ ਉਹਨਾਂ ਹਿਸਾਬ ਦੇ ਨਾਲ ਬੜਾ ਪੈਸਾ ਕਮਾਇਆ ਸੀ, ਅਤੇ ਇਹਦਾ ਦਿੱਲੀ ਦੇ ਵਿੱਚ ਇੱਕ ਜਿਹੜਾ ਰਹਿਣ ਦਾ ਮਕਾਨ ਸੀਗਾ, ਉਸ ਦੀ ਕੀਮਤ ਦੱਸਦੇ ਆ ਕਿ ਅੱਜ ਦੇ ਹਿਸਾਬ ਦੇ ਨਾਲ ਤਕਰੀਬਨ 10, 12, 15 ਕਰੋੜ ਰੁਪਈਆ ਬਣਦੀ ਆ। ਸੋ ਇੰਨਾ ਪੈਸਾ ਜਿਹੜਾ ਇਹ ਆਪਣੇ ਨਾਲ ਦੇ ਜਿਹੜੇ ਸ਼ਰਧਾਲੂ ਆ, ਜਿਨ੍ਹਾਂ ਦਾ ਕੰਮ ਕਰਦੇ ਆ ਜਾਇਜ਼ ਨਜਾਇਜ਼, ਉਹਨਾਂ ਤੋਂ ਹਾਸਲ ਕਰ ਲੈਂਦੇ ਆ। ਸੋ ਇਹ ਜਿਹੜੀ ਤੰਤਰ ਵਿਦਿਆ ਹੈਗੀ ਆ, ਇਹਦੀ ਜਿਹੜੀ ਜੜ੍ਹ ਹੈਗੀ ਆ, ਭਾਵੇਂ ਸ਼ੁਰੂ ਤੋਂ ਇਹ ਹਿੰਦੁਸਤਾਨ ਦੇ ਵਿੱਚ ਹੋਈ ਆ, ਪਰ ਸਮਾਂ ਪਾ ਕੇ ਇਸ ਤੰਤਰ ਵਿਦਿਆ ਦਾ ਪਸਾਰਾ ਹੌਲੀ ਹੌਲੀ ਜਿਹੜਾ ਚਾਈਨਾ, ਅਫਗਾਨਿਸਤਾਨ, ਇਰਾਨ, ਇੱਦਾਂ ਦੇ ਮੁਲਕਾਂ ਦੇ ਵਿੱਚ ਆਮ ਹੋਣ ਲੱਗਾ ਸੀ। ਪਰ ਹਿੰਦੁਸਤਾਨ ਦੇ ਰਾਜਾ ਭੋਜ ਨੇ ਜਿਹੜੇ ਤਾਂਤਰਿਕ ਸੀ ਉਹਨਾਂ ਟਾਈਮਾਂ ਦੇ ਵਿੱਚ, ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀਗਾ ਤਾਂ ਜੋ ਇਹ ਵਿਦਿਆ ਦਾ ਪ੍ਰਭਾਵ ਘੱਟ ਸਕੇ। ਪਰ ਫਿਰ ਵੀ ਅੱਜ ਕੱਲ੍ਹ ਇਹ ਵਿਦਿਆ ਜਿਹੜੀ ਆ,
ਇਸ 'ਤੇ ਬਹੁਤ ਸਾਰੇ ਤਾਂਤਰਿਕ ਜਿਹੜੇ ਆ ਉਹ ਚਾਈਨਾ ਵਿੱਚ, ਅਫਗਾਨਿਸਤਾਨ 'ਚ, ਈਰਾਨ ਔਰ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਵੀ ਹੈਗੇ ਆ। ਸੋ ਇਹ ਜਿਹੜੇ ਤੰਤਰ ਹੈਗੇ ਆ ਕਿਸੇ ਵੀ ਕਾਰਜ ਦੇ ਵਾਸਤੇ ਦੂਸਰਿਆਂ ਤੋਂ ਚੰਗਾ ਚੋਖਾ ਪੈਸਾ ਲੈ ਕੇ ਤੇ ਆਪਣੀ ਤੰਤਰ ਵਿੱਦਿਆ ਦੇ ਹਿਸਾਬ ਦੇ ਨਾਲ ਦੂਸਰਿਆਂ 'ਤੇ ਆਪਣੀ ਮਨਮਰਜ਼ੀ ਕਰਦੇ ਆ। ਜਿਵੇਂ ਮਸਕੀਨ ਜੀ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਇੱਕ ਬਹੁਤ ਵੱਡੇ ਗੁਰਸਿੱਖ ਹੁੰਦੇ ਸੀਗੇ ਜਿਹੜੇ ਬਹੁਤ ਜ਼ਿਆਦਾ ਗੁਰਬਾਣੀ ਪੜ੍ਹਦੇ ਹੁੰਦੇ ਸੀ, ਬੜੇ ਸੱਚੇ ਸੁੱਚੇ ਹੁੰਦੇ ਸੀ। ਉਹਨਾਂ ਦੇ ਉੱਤੇ ਵੀ ਕਿਸੇ ਤਾਂਤਰਿਕ ਨੇ ਆਪਣਾ ਅਸਰ ਪਾਉਣ ਵਾਸਤੇ ਉਹਨਾਂ ਦੇ ਉੱਤੇ ਤਾਂਤਰਿਕ ਵਿੱਦਿਆ ਚਲਾਈ ਸੀ। ਸੋ ਉਹਨਾਂ ਨੇ ਵੀ ਮਸਕੀਨ ਜੀ ਨਾਲ ਗੱਲ ਕੀਤੀ ਸੀਗੀ ਕਿ ਮੈਂ ਜਿਹੜੇ ਵੀ ਨੋਟਿਸ ਜਾਂ ਕਾਗਜ਼ ਜਿਨ੍ਹਾਂ ਦੇ ਉੱਤੇ ਮੈਂ ਕੁਛ ਲਿਖਿਆ ਹੁੰਦਾ ਹੈਗਾ, ਜਦੋਂ ਕਿ ਮੈਂ ਆਪਣੀ ਜੇਬ ਦੇ ਵਿੱਚ ਰੱਖਦਾ ਤਾਂ ਉਹਨਾਂ ਨੂੰ ਅੱਗ ਲੱਗ ਜਾਂਦੀ, ਆਪਣੇ ਆਪ 'ਤੇ ਲੂਹ ਹੋ ਜਾਂਦੇ ਆ, ਪਰ ਕੱਪੜਾ ਬਚਿਆ ਰਹਿੰਦਾ ਹੈ। ਇਸ ਤਰ੍ਹਾਂ ਕਛਹਿਰਾ, ਤੌਲੀਆ, ਪਰਨਾ ਜਿਹੜਾ ਮੈਂ ਨਹਾ ਕੇ ਸੁੱਕਣੇ ਪਾਉਂਦਾ ਉਹਨੂੰ ਵੀ ਅੱਗ ਲੱਗ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਉਹ ਸਿੱਖ ਨੇ ਦੱਸੀਆਂ ਸੀਗੀਆਂ ਅਤੇ ਉਹ ਮਜੂਸ ਸੀਗਾ, ਬੜਾ ਮਨ ਇਹਨਾਂ ਘਟਨਾਵਾਂ ਤੋਂ ਪਰੇਸ਼ਾਨ ਸੀਗਾ। ਫਿਰ ਉਹਨਾਂ ਨੇ ਮਸਕੀਨ ਜੀ ਦੇ ਨਾਲ ਇਹ ਜਿਹੜੀ ਗੱਲਬਾਤ ਕੀਤੀ ਸੀ। ਫਿਰ ਸੰਤ ਸਿੰਘ ਮਸਕੀਨ ਉਹਨਾਂ ਨੇ ਆਖਿਆ ਸੀਗਾ ਵੀ ਕੋਈ ਤਾਂਤਰਿਕ ਅਜਿਹਾ ਹੈਗਾ ਜਿਹੜਾ ਤੁਹਾਡੇ ਉੱਤੇ ਪ੍ਰਭਾਵ ਰੱਖਣਾ ਚਾਹੁੰਦਾ ਹੈ ਆਪਣਾ, ਪਰ ਤੁਸੀਂ ਆਪਣਾ ਨਿਰੰਤਰ ਜਾਪ ਜਾਰੀ ਰੱਖੋ, ਫਿਰ ਸਮਾਂ ਆਊਗਾ ਜਦੋਂ ਇਹਦੀ ਤੰਤਰ ਵਿੱਦਿਆ ਜਿਹੜੀ ਹੈ ਨਾ ਨਸ਼ਟ ਹੋ ਜਾਊਗੀ। ਜਿਵੇਂ ਆਪ ਸੰਗਤਾਂ ਨੂੰ ਪਤਾ ਹੈਗਾ ਕਿ ਇੱਕ ਵਾਰ ਹਜ਼ੂਰ ਸਾਹਿਬ ਦੇ ਅੰਦਰ ਕਿਸੇ ਘਰ ਦੇ ਵਿੱਚ ਇੱਕ ਕੋਈ ਤਾਂਤਰਿਕ ਆਇਆ ਸੀਗਾ, ਉਹਨੇ ਭਿੱਖਿਆ ਮੰਗੀ ਸੀ, ਪਰ ਜਿਹੜੇ ਘਰ ਵਾਲੇ ਸੀਗੇ ਉਹਨਾਂ ਨੇ ਉਸ ਤਾਂਤਰਿਕ ਨੂੰ ਜਿਹੜਾ ਸੀਗਾ ਉਹਦਾ ਨਿਰਾਦਰ ਕਰਕੇ ਘਰੋਂ ਬਾਹਰ ਭਗਾ ਦਿੱਤਾ ਸੀ। ਪਰ ਜਿਹੜਾ ਤਾਂਤਰਿਕ ਸੀਗਾ ਉਹ ਜਾਣ ਲੱਗਾ ਉਹਨਾਂ ਦੇ ਘਰ ਦੇ ਅੱਗੇ ਠੀਕਰਾ ਭੰਨ ਗਿਆ ਸੀ। ਜਦੋਂ ਠੀਕਰਾ ਭੰਨਿਆ ਸੀ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਘਟਨਾਵਾਂ ਹੋਣ ਲੱਗ ਪਈਆਂ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਫਿਰ ਅੱਗ ਲੱਗਣੀ ਸ਼ੁਰੂ ਹੋ ਗਈ ਸੀ। ਇਹ ਜਿਹੜੀ ਅੱਗ ਸੀਗੀ ਉਹ ਬਿਸਤਰਿਆਂ ਨੂੰ ਜਾਂ ਹੋਰ ਚੀਜ਼ਾਂ ਨੂੰ ਲੱਗਣ ਲੱਗ ਪਈ, ਲੱਕੜਾਂ ਨੂੰ ਲੱਗਣ ਲੱਗ ਪਈ। ਇਸ ਤਰ੍ਹਾਂ ਉਹ ਜਿਹੜੇ ਪਾਣੀ ਕੋਲ ਰੱਖ ਦਿੰਦੇ ਸੀ ਘੜੇ ਦਾ ਭਰ ਕੇ, ਪਰ ਜਦੋਂ ਅੱਗ ਬਲਦੀ ਸੀ ਪਾਣੀ ਪਾਉਂਦੇ ਅੱਗ ਬੁੱਝ ਜਾਂਦੀ ਸੀ, ਪਰ ਇਹ ਜਿਹੜੀ ਅੱਗ ਸੀ ਇਹ ਲੱਗਣੋਂ ਨਹੀਂ ਸੀ ਹਟਦੀ। ਪਰ ਉਸ ਪਰਿਵਾਰ ਨੇ ਫਿਰ ਜਦ ਇਹ ਸਾਰੀ ਜਿਹੜੀ ਗੱਲਬਾਤ ਸੀ ਹਜ਼ੂਰ ਸਾਹਿਬ ਦੇ ਜਥੇਦਾਰ ਦੇ ਨਾਲ ਸਾਂਝੀ ਕੀਤੀ ਸੀ ਅਤੇ ਇੱਥੋਂ ਤੱਕ ਦੱਸਿਆ ਸੀਗਾ ਕਿ ਹਾਲਤ ਹੁਣ ਇੱਥੋਂ ਤੱਕ ਵਿਗੜ ਗਈ ਆ ਵੀ ਜਿਹੜੇ ਅਸੀਂ ਆਪਣੇ ਤਨ ਦੇ ਕੱਪੜੇ ਵੀ ਪਵਾਏ ਆ ਇਹਨਾਂ ਨੂੰ ਵੀ ਅੱਗ ਲੱਗਣ ਲੱਗ ਪੈਂਦੀ ਆ। ਇਸ ਕਰਕੇ ਉਹ ਪਰਿਵਾਰ ਜਿਹੜਾ ਸੀ ਬੜਾ ਮਜੂਸ ਹੋ ਗਿਆ ਸੀਗਾ। ਫਿਰ ਜਥੇਦਾਰ ਨੇ ਪੁੱਛਿਆ ਸੀਗਾ ਸਾਨੂੰ ਇਹ ਦੱਸੋ ਪਹਿਲਾਂ ਅੱਗ ਕਿਵੇਂ ਲੱਗੀ ਆ, ਅਤੇ ਉਹਨੇ ਦੱਸਿਆ ਸੀਗਾ ਕਿ ਇੱਕ ਬਲਦੀ ਹੋਈ ਤੀਲੀ ਜਿਹੜੀ ਉਹ ਸਾਡੇ ਘਰ ਦੇ ਵਿੱਚ ਡਿੱਗੀ ਆ, ਕਹਿੰਦੇ ਅਸੀਂ ਆਪ ਦੇਖੀ ਆ, ਅਤੇ ਉਸ ਬਲਦੀ ਤੀਲੀ ਤੋਂ ਬਾਅਦ ਫਿਰ ਸਾਡੇ ਘਰ ਦੇ ਵਿੱਚ ਇਹ ਘਟਨਾਵਾਂ ਹੋਣ ਲੱਗ ਪਈਆਂ ਸੀ। ਫਿਰ ਜਥੇਦਾਰ ਹਜ਼ੂਰ ਸਾਹਿਬ ਜੀ ਨੇ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ। ਫਿਰ ਉਹਨਾਂ ਨੇ ਆਪਣੇ ਹਜ਼ੂਰ ਸਾਹਿਬ ਦੇ ਸੇਖ ਭੇਜੇ ਸੀ, ਉਹਨਾਂ ਨੂੰ ਆਖਿਆ ਸੀ ਕਿ ਘੱਟੋ ਘੱਟ 500 ਪਾਠ ਧੰਨ ਸ੍ਰੀ ਸੁਖਮਨੀ ਸਾਹਿਬ ਦਾ ਇਸ ਘਰ ਦੇ ਵਿੱਚ ਕਰੋ। ਫਿਰ ਦੇਖੋ ਸਾਡੇ ਸਿੰਘ ਉਦੋਂ ਗਏ ਸੀ, ਉਹਨਾਂ ਨੇ 500 ਪਾਠ ਸੁਖਮਨੀ ਸਾਹਿਬ ਦਾ ਇਸ ਘਰ ਦੇ ਵਿੱਚ ਕੀਤਾ ਸੀ। ਉਸ ਤੋਂ ਬਾਅਦ ਇਹ ਫਿਰ ਘਟਨਾਵਾਂ ਬੰਦ ਹੋਈਆਂ ਸੀਗੀਆਂ। ਇਸੇ ਤਰ੍ਹਾਂ ਦਾਸ ਦੇ ਇੱਕ ਮਿੱਤਰ ਆ, ਉਹ ਵੀ ਦਾਸ ਨੂੰ ਦੱਸਦੇ ਹੁੰਦੇ ਸੀ ਵੀ ਉਹਨਾਂ ਦੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਅਕਸਰ ਹੁੰਦੀਆਂ ਰਹਿੰਦੀਆਂ ਕਿ ਪੇਟੀ ਵਿੱਚ ਕੱਪੜੇ ਆਮ ਪਏ ਆ, ਜਿੰਦੇ ਲੱਗੇ ਆ, ਫਿਰ ਇਹਨਾਂ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਆ, ਉਹ ਲੋਹੇ ਦੇ ਬਰਤਨਾਂ ਤੱਕ ਵੀ ਅੱਗ ਲੱਗ ਜਾਂਦੀ ਹੈਗੀ ਆ। ਔਰ ਹੋਰ ਵੀ ਜਿਹੜੀਆਂ ਘਟਨਾਵਾਂ ਹੈਗਾ, ਪੈਸਾ ਕਿਤੇ ਵੀ ਰੱਖੀਓ ਕਹਿੰਦੇ ਉਹਨਾਂ ਨੂੰ ਵੀ ਅੱਗ ਆਪਣੇ ਆਪ ਪੈ ਜਾਂਦੀ ਆ। ਸੋ ਇਸ ਕਰਕੇ ਉਹ ਸੱਜਣ ਵੀ ਬੜੇ ਪਰੇਸ਼ਾਨ ਸੀਗੇ। ਪਰ ਉਹਨਾਂ ਨੂੰ ਇਸ ਹਜ਼ੂਰ ਸਾਹਿਬ ਦੀ ਘਟਨਾ ਦਾ ਦੱਸਿਆ ਸੀਗਾ ਵੀ ਤੁਸੀਂ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਆਪ ਕਰਿਆ ਕਰੋ, ਫਿਰ ਇਹਨਾਂ ਜਾ ਕੇ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲਦਾ ਹੈਗਾ। ਕਿਉਂਕਿ ਫਿਰ ਤੰਤਰ ਵਿੱਦਿਆ ਦਾ ਅਸਰ ਅਗਰ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਸੁਖਮਨੀ ਸਾਹਿਬ ਦੀ ਬਾਣੀ ਦੀ ਬਦੌਲਤ ਇਹ ਫਿਰ ਅਸਰ ਬਿਲਕੁਲ ਮਨਫੀ ਹੋ ਜਾਂਦਾ ਹੈਗਾ। ਇਸ ਤਰ੍ਹਾਂ ਦੀ ਇੱਕ ਨਹੀਂ ਅਨੇਕਾਂ ਘਟਨਾਵਾਂ ਜਿਹੜੀਆਂ ਸਾਨੂੰ ਦੇਖਣ ਦੇ ਵਿੱਚ ਮਿਲਦੀਆਂ ਹੈਗੀਆਂ। ਜਿਵੇਂ ਰਸ਼ੀਆ ਦੇ ਵਿੱਚ ਇੱਕ ਬਹੁਤ ਵੱਡਾ ਤਾਂਤਰਿਕ ਸੀਗਾ, ਉਸ ਤਾਂਤਰਿਕ ਨੇ ਆਪਣੇ ਸਮੇਂ ਦੇ ਪ੍ਰਭਾਵ ਦੇ ਵਿੱਚ ਰਸ਼ੀਆ ਦੇ ਜਿਹੜੇ ਵੱਡੇ ਲੋਕੀ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਾਏ ਸੀ। ਅਤੇ ਉਸ ਦੀ ਤੰਤਰ ਵਿੱਦਿਆ ਤੋਂ ਇੰਨੇ ਲੋਕ ਪਰੇਸ਼ਾਨ ਹੋ ਗਏ ਸੀਗੇ। ਅਖੀਰ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹੋ ਜਿਹੀ ਵਿੱਦਿਆ ਦੇ ਨਾਲ ਅਗਰ ਲੋਕਾਂ ਨੂੰ ਦੁਖੀ ਕਰਨਾ ਹੈਗਾ ਤਾਂ ਫਿਰ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਜਿਸ ਕਰਕੇ ਰਸ਼ੀਆ ਦਾ ਲੋਕਾਂ ਦਾ ਮਨ ਜਿਹੜਾ ਸੀ ਉਹ ਧਰਮ ਤੋਂ ਉੱਠ ਗਿਆ ਸੀਗਾ, ਜਿਸ ਕਰਕੇ ਉੱਥੇ ਇੱਕ ਨਾਸਤਿਕਤਾ ਦੀ ਲਹਿਰ ਚੱਲ ਗਈ ਸੀ। ਜਿਸ ਕਰਕੇ ਰਸ਼ੀਆ ਦੇ ਲੋਕ ਜਿਹੜੇ ਸੀਗੇ ਹੈ ਨਾ, ਉਹਨਾਂ ਨੇ ਧਰਮ ਨੂੰ ਛੱਡ ਕੇ ਨਾਸਤਿਕ ਧਾਰਾ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਸੋ ਇਹ ਸਾਰੀ ਤੰਤਰ ਵਿੱਦਿਆ ਦਾ ਹੀ ਅਸਰ ਹੈਗਾ। ਇਸ ਤਰ੍ਹਾਂ ਅਸੀਂ ਹੋਰ ਵੀ ਦੇਖਦੇ ਕਿ ਅੱਜ ਕੱਲ੍ਹ ਵੀ ਕਈ ਐਸੀਆਂ ਘਟਨਾਵਾਂ ਵਾਪਰਦੀਆਂ ਹੈਗੀਆਂ ਜਿਨ੍ਹਾਂ ਨੂੰ ਦੇਖ ਕੇ ਆਮ ਕਰਕੇ ਜਿਹੜੇ ਤਾਂਤਰਿਕ ਹੈਗੇ ਉਹ ਤਾਂ ਆਪਣਾ ਹੱਲਾ ਬੋਲਦੇ ਰਹਿੰਦੇ ਆ, ਪਰ ਇਹਨਾਂ ਘਟਨਾਵਾਂ ਨੂੰ ਦੇਖਣ ਵਾਲੇ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ। ਜਿਵੇਂ ਹੁਣੇ ਇੱਕ ਉੱਤਰ ਪ੍ਰਦੇਸ਼ ਦੀ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਇੱਕ ਘਰ ਦੇ ਵਿੱਚ ਲਗਾਤਾਰ ਤਕਰੀਬਨ ਹਫ਼ਤਾ ਹੋ ਗਿਆ ਲਗਾਤਾਰ ਅੱਗ ਲੱਗ ਰਹੀ ਆ, ਪਰ ਕਾਰਨ ਉਸ ਪਰਿਵਾਰ ਨੇ ਇਹੋ ਹੀ ਦੱਸਿਆ ਕਿ ਉਸ ਘਰ ਦੇ ਵਿੱਚ ਕਿਸੇ ਨੇ ਇੱਕ ਗੁੱਡੀਆ ਜਿਹੜੀ ਸੀ ਬਣਾ ਕੇ ਰੱਖ ਦਿੱਤੀ ਸੀ। ਉਸ ਗੁੱਡੀਆ ਦੇ ਵਿੱਚ 11 ਸੂਈਆਂ ਲਾਈਆਂ ਸੀਗੀਆਂ ਅਤੇ ਇਹਨਾਂ ਸੂਈਆਂ ਦੇ ਵਿੱਚ ਉਸ ਪਰਿਵਾਰ ਦੇ 6 ਜੀਆਂ ਦਾ ਨਾਮ ਹੀ ਜਿਹੜਾ ਸੀਗਾ ਉੱਤੇ ਲਿਖਿਆ ਹੋਇਆ ਸੀ। ਪਰ ਕਹਿੰਦੇ ਵੀ ਜਦੋਂ ਉਹਨਾਂ ਦੀ ਜਿਹੜੀ ਵੱਡੀ ਬਜ਼ੁਰਗ ਸੀਗੀ, ਜਦ ਘਰ ਦੇ ਵਿੱਚ ਉਹਨੇ ਸਵੇਰੇ ਉੱਠੀ ਆ, ਉਹਨੇ ਗੁੱਡੀਆ ਦੇਖੀ ਆ, ਉਹ ਜਿਹੜੀ ਡੋਲ ਸੀ ਘਰ ਦੇ ਵਿੱਚ ਪਈ ਹੋਈ
ਉਹਨੇ ਆਂਢ ਗੁਆਂਢ ਦੀਆਂ ਜਿਹੜੀਆਂ ਜਨਾਨੀਆਂ ਸੀ ਲੋਕਾਂ ਨੂੰ ਦਿਖਾ ਲਈ, ਪਰ ਸਭ ਨੇ ਇਹੋ ਸਲਾਹ ਦਿੱਤੀ ਹੈਗੀ ਆ ਕਿ ਇਹ ਜਿਹੜੀ ਡੋਲ ਹੈਗੀ ਆ, ਲੱਗਦਾ ਤੁਹਾਨੂੰ ਕਿਸੇ ਨੇ ਮਜ਼ਾਕ ਦੇ ਨਾਲ ਜਾਂ ਕਿਸੇ ਹੋਰ ਵਹਿਮ ਭਰਮ ਵਿੱਚ ਪਾਉਣ ਲਈ ਜਿਹੜੀ ਹੈ ਤੁਹਾਨੂੰ ਇਸ ਘਰ ਦੇ ਵਿੱਚ ਰੱਖ ਦਿੱਤੀ ਆ। ਇਸ ਕਰਕੇ ਤੁਸੀਂ ਇੱਦਾਂ ਕਰੋ ਵੀ ਇਸ ਗੁੱਡੀਆਂ ਨੂੰ ਹੈ ਨਾ ਜਲਾ ਦਿਓ। ਜਦੋਂ ਉਸ ਪਰਿਵਾਰ ਦੇ ਬਜ਼ੁਰਗ ਨੇ ਉਹ ਜਿਹੜੀ ਡੋਲ ਸੀ ਜਲਾ ਦਿੱਤੀ ਸੀ, ਤਕਰੀਬਨ ਉਹ ਦੱਸਦੀ ਆ ਕਿ ਮੈਂ 7:30 ਵਜੇ ਇਸ ਡੋਲ ਨੂੰ ਲੋਹਿਆ ਸੀ, ਪਰ ਉਸ ਤੋਂ ਬਾਅਦ ਫਿਰ ਕਹਿੰਦੀ ਸਾਡੇ ਘਰ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਜਿਹੜੀ ਅੱਗ ਲੱਗਣ ਦੀਆਂ ਘਟਨਾਵਾਂ ਸੀਗੀਆਂ ਜਦੋਂ ਸ਼ੁਰੂ ਹੋਈਆਂ ਸੀ, ਫਿਰ ਉਸ ਪਰਿਵਾਰ ਨੇ ਡਰਦਿਆਂ ਨੇ ਇਹ ਬਹੁਤ ਸਾਰੇ ਤਾਂਤਰਿਕ ਵੀ ਬੁਲਾਏ, ਪਰ ਜਿੰਨੇ ਵੀ ਛੋਟੇ ਮੋਟੇ ਆਏ ਸੀਗੇ ਕਿਸੇ ਤੋਂ ਇਹ ਅੱਗ ਜਿਹੜੀ ਸੀਗੀ ਇਹ ਬੁਝੀ ਨਹੀਂ ਹੈ। ਫਿਰ ਪੁਲਿਸ ਨੂੰ ਵੀ ਫੋਨ ਕੀਤਾ ਗਿਆ, ਉਸ ਘਰ ਦੇ ਵਿੱਚ ਪੁਲਿਸ ਵੀ ਆਈ ਹੈ, ਪਰ ਸਾਰਾ ਮਾਮਲਾ ਅਜੇ ਤੱਕ ਕਿਸੇ ਦੀ ਸਮਝ ਦੇ ਵਿੱਚ ਨਹੀਂ ਆਇਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹੋ ਜਿਹੀਆਂ ਜਿਹੜੀਆਂ ਕਿਰਿਆਵਾਂ ਹੁੰਦੀਆਂ ਜਾਂ ਇਹੋ ਜਿਹੜੇ ਹਾਦਸੇ ਘਰਾਂ ਦੇ ਵਿੱਚ ਵਾਪਰਦੇ ਆ, ਇਹਨਾਂ ਦੇ ਪਿੱਛੇ ਤਾਂਤਰਿਕ ਵਿੱਦਿਆ ਹੀ ਕੰਮ ਕਰਦੀ ਆ। ਉਹ ਜਿਹੜੇ ਇਹੋ ਜਿਹੇ ਕੰਮ ਕਰਨ ਵਾਲੇ ਤਾਂਤਰਿਕ ਹੁੰਦੇ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਆ ਅਤੇ ਘਰਾਂ ਦੇ ਵਿੱਚ ਮੰਤਰ ਪੜ੍ਹਨ ਦੇ ਨਾਲ ਉਹ ਜਿਹੜੇ ਹੈ ਇਹਨਾਂ ਕਿਰਿਆਵਾਂ ਨੂੰ ਇਲਜ਼ਾਮ ਦੇ ਦਿੰਦੇ ਆ। ਜਿਵੇਂ ਆਪ ਸੰਗਤਾਂ ਜਾਣੀਆਂ ਕਿ ਅਹਿਮਦਗੜ੍ਹ ਦੇ ਵਿੱਚ ਇੱਕ ਜੋਗੀ ਤਾਂਤਰਿਕ ਰਹਿੰਦਾ ਸੀ ਉਹਨਾਂ ਸਮਿਆਂ ਦੇ ਵਿੱਚ, ਪਰ ਉਸ ਟਾਈਮ ਜਦੋਂ ਸਰਕਾਰ ਨੇ ਫੈਸਲਾ ਕੀਤਾ ਕਿ ਇੱਥੇ ਇੱਕ ਚੌਂਕ ਬਣਾਇਆ ਜਾਊਗਾ, ਕਿਉਂਕਿ ਉਹ ਜੋਗੀ ਦੀ ਜਿਹੜੀ ਕੁਟੀਆ ਸੀਗੀ ਉਸ ਚੌਂਕ ਦੇ ਨਾਲ ਸੀਗੀ, ਪਰ ਜਦੋਂ ਸਰਕਾਰੀ ਹੁਕਮਾਂ ਦੇ ਨਾਲ ਜਿਹੜੀਆਂ ਸਾਰੀਆਂ ਨਾਲ ਦੇ ਚੌਂਕ ਦੇ ਬਸਤੀਆਂ ਸੀਗੀਆਂ ਜਦ ਢਾਈਆਂ ਗਈਆਂ, ਅਤੇ ਉਹ ਜਿਹੜਾ ਜੋਗੀ ਤਾਂਤਰਿਕ ਸੀਗਾ ਉਹਦੀ ਵੀ ਬਸਤੀ ਢਾਈ ਗਈ ਸੀ। ਜਦ ਬਸਤੀ ਢਾਈ ਗਈ ਸੀ ਫਿਰ ਉਹ ਜਿਹੜਾ ਤਾਂਤਰਿਕ ਸੀ ਉਹਨੇ ਪ੍ਰਣ ਕਰ ਲਿਆ ਸੀਗਾ ਜਦ ਤੱਕ ਮੈਂ ਰਹੂੰਗਾ ਮੈਂ ਇਸ ਜਗ੍ਹਾ ਦੇ ਉੱਤੇ ਪੁਲ ਨਹੀਂ ਬਣ ਦਊਂਗਾ। ਜਦ ਉਹਨੇ ਇੱਕ ਜਿਹੜਾ ਸੀਗਾ ਠਾਣ ਲਿਆ ਸੀਗਾ, ਫਿਰ ਦੇਖੋ ਉਸ ਟਾਈਮ ਜਿਹੜਾ ਇਹਨਾਂ ਨੂੰ ਠੇਕਾ ਦਿੱਤਾ ਗਿਆ ਸੀ ਸਰਕਾਰ ਨੇ, ਉਹ ਠੇਕੇਦਾਰ ਨੇ ਜਦੋਂ ਪੁਲ ਬਣਾਇਆ ਸੀ, ਜਦੋਂ ਵੀ ਪੁਲ ਬਣਦਾ ਸੀਗਾ ਪੁਲ ਰਾਤੋਂ ਰਾਤ ਆਪਣੇ ਆਪ ਟੁੱਟ ਜਾਂਦਾ ਸੀਗਾ। ਜਦੋਂ ਪੁਲ ਆਪਣੇ ਆਪ ਟੁੱਟ ਜਾਂਦਾ ਸੀ ਫਿਰ ਕਿਸੇ ਦੀ ਸਮਝ ਦੇ ਵਿੱਚ ਨਹੀਂ ਸੀ ਆਉਂਦਾ। ਫਿਰ ਪੁਲ ਦੂਜੀ ਵਾਰੀ ਬਣਾਇਆ ਗਿਆ, ਦੂਜੀ ਵਾਰ ਵੀ ਟੁੱਟਿਆ। ਇਨਕੁਆਰੀਆਂ ਵੀ ਹੋਈਆਂ ਵੀ ਸੀਮੈਂਟ 'ਚ ਖਰਾਬੀ ਆ ਜਾਂ ਕਿਸੇ ਚੀਜ਼ 'ਚ ਖਰਾਬੀ, ਕਿਸੇ ਦੀ ਕੋਈ ਸਮਝ ਦੇ ਵਿੱਚ ਨਹੀਂ ਆਇਆ। ਪਰ ਤੀਸਰੀ ਵਾਰ ਜਦੋਂ ਇਹ ਪੁਲ ਜਿਹੜਾ ਸੀ ਬਣਾਉਣ ਲੱਗੇ ਅਤੇ ਸਭ ਤੋਂ ਪਹਿਲਾਂ ਕਿਸੇ ਨੇ ਸਲਾਹ ਦਿੱਤੀ ਕਿ ਇਹ ਪੁਲ ਨੂੰ ਆਮ ਕੋਈ ਢਾਹ ਨਹੀਂ ਸਕਦਾ, ਜਿਸ ਪੁਲਾਂ ਦੇ ਉੱਤੋਂ ਬੱਸਾਂ ਦੀ ਆਵਾਜਾਈ ਹੋਣੀ ਉਹ ਕਿਵੇਂ ਰਾਤੋਂ ਰਾਤ ਆਪਣੇ ਆਪ ਟੁੱਟ ਜਾਂਦਾ ਹੈਗਾ, ਇਹ ਜ਼ਰੂਰ ਕਿਸੇ ਤਾਂਤਰਿਕ ਦਾ ਹੀ ਵਿੱਦਿਆ ਦਾ ਕਮਾਲ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਸਲਾਹ ਦਿੱਤੀ ਵੀ ਇਸ ਪਹਿਲਾਂ ਤਾਂਤਰਿਕ ਦੀ ਖੋਜ ਕਰੋ ਵੀ ਇਹ ਤਾਂਤਰਿਕ ਹੈ ਕਿੱਥੇ। ਫਿਰ ਖੈਰ ਜਿਹੜੀ ਸੀ ਖੋਜ ਕਰਦੇ ਕਰਦੇ ਪਤਾ ਲੱਗਾ ਕਿ ਇਹਨਾਂ ਝੌਂਪੜੀਆਂ ਦੇ ਵਿੱਚ ਇੱਕ ਤਾਂਤਰਿਕ ਰਹਿੰਦਾ ਸੀ, ਉਹਦੀ ਝੌਂਪੜੀ ਵੀ ਢਾਈ ਗਈ ਸੀ। ਇਹ ਉਸੇ ਦਾ ਹੀ ਕਾਰਾ ਲੱਗਦਾ ਹੈਗਾ। ਉਸ ਤੋਂ ਬਾਅਦ ਦੇਖੋ ਜਦੋਂ ਉਸ ਤਾਂਤਰਿਕ ਨੂੰ ਲੱਭਿਆ ਸੀਗਾ, ਫਿਰ ਉਸ ਤਾਂਤਰਿਕ ਨੇ ਮੰਨਿਆ ਸੀਗਾ ਕਿ ਹਾਂ ਮੇਰਾ ਹੀ ਕੰਮ ਆ। ਫਿਰ ਉਹਨੂੰ ਪੁੱਛਿਆ ਸੀਗਾ ਵੀ ਸਾਨੂੰ ਇਸ ਗੱਲ ਦਾ ਸਬੂਤ ਦੇ। ਫਿਰ ਉਹਨੇ ਆਖਿਆ ਸੀਗਾ ਸਬੂਤ ਤਾਂ ਮੈਂ ਦਊਂਗਾ, ਪਰ ਮੈਨੂੰ ਇਹ ਦੱਸੋ ਵੀ ਤੁਸੀਂ ਮੇਰੀ ਝੌਂਪੜੀ ਕਾਹਤੇ ਢਾਈ ਆ। ਜਦ ਇੰਨੀ ਗੱਲ ਹੋਈ, ਹੁਣ ਸਰਕਾਰ ਦੇ ਆਰਡਰ ਸੀਗੇ, ਪਰ ਹੁਣ ਅਧਿਕਾਰੀਆਂ ਨੇ ਕਿਹਾ ਸੀਗਾ ਵੀ ਅਸੀਂ ਇਹ ਜਿਹੜੀ ਚੀਜ਼ ਬਣਾਈ ਹੈ, ਸੜਕ ਜਾਂ ਚੌਂਕ ਬਣਾ ਰਹੇ, ਪੁਲ ਬਣਾ ਰਹੇ ਹਾਂ, ਇਹ ਆਮ ਜਨਤਾ ਦੀ ਭਲਾਈ ਵਾਸਤੇ ਹੀ ਕੰਮ ਕਰ ਰਹੇ ਹਾਂ, ਇਹ ਕੋਈ ਸਾਡੀ ਨਿੱਜੀ ਜਾਇਦਾਦ ਜਾਂ ਪ੍ਰੋਪਰਟੀ ਵਾਸਤੇ ਕੋਈ ਜਾਇਦਾਦ ਸਾਰੀ ਨਹੀਂ ਜਾ ਰਹੀ। ਫਿਰ ਉਸ ਤਾਂਤਰਿਕ ਨੂੰ ਜਿਹੜਾ ਸੀਗਾ ਇੱਥੋਂ ਤੱਕ ਸਰਕਾਰ ਨੇ ਦਿਲਾਸਾ ਦਿੱਤਾ ਸੀਗਾ ਕਿ ਅਗਰ ਤੂੰ ਸਾਨੂੰ ਇਹ ਪੁਲ ਬਣਾਉਣ ਦੇ ਦੇਵੇਂ ਤਾਂ ਅਸੀਂ ਤੇਰਾ ਜਿਹੜਾ ਨਾਮ ਹੈਗਾ ਇਸ ਚੌਂਕ ਦਾ ਨਾਂ ਤੇਰੇ ਨਾਂ 'ਤੇ ਰੱਖ ਦਿਆਂਗੇ। ਉਸ ਤੋਂ ਬਾਅਦ ਦੇਖੋ ਜਿਹੜਾ ਤਾਂਤਰਿਕ ਮੰਨ ਗਿਆ ਸੀਗਾ। ਪਰ ਜਦੋਂ ਸਾਰਿਆਂ ਨੇ ਪੁੱਛਿਆ ਵੀ ਸਾਨੂੰ ਇਹ ਦੱਸੋ ਐਡਾ ਬੱਜਰ ਦਾ ਬਣਾਇਆ ਪੁਲ ਜਿਹਦੇ ਵਿੱਚ ਲੱਖਾਂ ਕੁਆਂਟਲ ਲੋਹਾ ਵੀ ਲੱਗਾ ਹੋਇਆ ਹੈਗਾ, ਇਹ ਤੁਸੀਂ ਰਾਤੋਂ ਰਾਤ ਕਿਵੇਂ ਤੋੜ ਦਿੰਦੇ ਆ। ਫਿਰ ਉਹ ਤਾਂਤਰਿਕ ਨੇ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਮੈਂ ਪੁਲ ਕਿਵੇਂ ਤੋੜਦਾ ਹੈਗਾ। ਫਿਰ ਉਹਨੇ ਦੱਸਿਆ ਸੀਗਾ ਕਿ ਤੁਸੀਂ ਇੱਥੇ ਇੱਕ ਹੈ ਨਾ ਟੈਂਪਰੇਰੀ ਛੋਟਾ ਜਿਹਾ ਪੁਲ ਜਿਹੜਾ ਬਜਰੀ ਦਾ ਤਿਆਰ ਕਰੋ। ਫਿਰ ਉਹਨਾਂ ਮਿਸਤਰੀਆਂ ਨੇ ਇੱਕ ਛੋਟਾ ਜਿਹਾ ਪੁਲ ਚੰਗਾ ਸਰੀਆ ਪਾ ਕੇ ਇੱਕ ਛੋਟਾ ਜਿਹਾ ਪੁਲ ਉਹ ਬਣਾਇਆ ਸੀਗਾ। ਜਦੋਂ ਪੁਲ ਬਣਾਇਆ ਸੀ ਤਾਂ ਫਿਰ ਤਾਂਤਰਿਕ ਨੇ ਦੱਸਿਆ ਸੀਗਾ ਕਿ ਦੇਖੋ ਮੈਂ ਤੱਪੜੀ ਸੀਂਦਾ ਹੈਗਾ, ਇਹ ਤੱਪੜੀ ਜਿਹੜੀ ਹੈਗੀ ਆ ਮੈਂ ਆਪਣੇ ਮੰਤਰਾਂ ਦੇ ਨਾਲ ਇਹ ਤੱਪੜੀ ਜਿਹੜੀ ਆ ਜਦ ਬਣਾਈ ਆ, ਅਤੇ ਇਸ ਤੱਪੜੀ ਦੇ ਵਿੱਚੋਂ ਮੈਂ ਕਹਿੰਦੇ ਵੀ ਇੱਕ ਧਾਗਾ ਕੱਢੂੰਗਾ ਅਤੇ ਜਿਉਂ ਧਾਗਾ ਮੈਂ ਹੌਲੀ ਹੌਲੀ ਬਾਹਰ ਖਿੱਚੂੰਗਾ ਤਿਉਂ ਤੋਂ ਪੁਲ ਟੁੱਟਦਾ ਜਾਊਗਾ। ਸੋ ਜਦੋਂ ਉਹਨੇ ਇਹ ਆਪਣੀ ਵਿੱਦਿਆ ਦਿਖਾ ਲਈ ਸੀ, ਜਿਉਂ ਹੀ ਉਹਨੇ ਜਿਹੜੀ ਤੱਪੜੀ ਬੁਣੀ, ਤੱਪੜੀ ਬੁਣਨ ਤੋਂ ਬਾਅਦ ਜਦ ਇੱਕ ਧਾਗਾ ਉਹਦੇ ਵਿੱਚੋਂ ਹੌਲੀ ਹੌਲੀ ਕੱਢਿਆ ਅਤੇ ਉਹ ਜਿਹੜਾ ਟੈਂਪਰੇਰੀ ਪੁਲ ਛੋਟਾ ਜਿਹਾ ਬਣਾਇਆ ਸੀਗਾ ਉਹ ਆਪਣੇ ਆਪ ਹੀ ਖੜ ਕਰਦਾ ਸਾਰਾ ਟੁੱਟ ਗਿਆ ਸੀਗਾ। ਸੋ ਉਸ ਤੋਂ ਬਾਅਦ ਫਿਰ ਦੁਨੀਆ ਮੰਨ ਗਈ ਸੀਗੀ ਵੀ ਹਾਂ ਇਹ ਤਾਂਤਰਿਕ ਬੜਾ ਤਗੜਾ ਹੈਗਾ। ਇਸ ਕਰਕੇ ਐਸੇ ਬਹੁਤ ਸਾਰੇ ਤਾਂਤਰਿਕ ਵੀ ਹੈਗੇ ਆ ਜਿਹੜੇ ਇਹਨਾਂ ਵਿੱਦਿਆ ਦੀ ਦੁਰਵਰਤੋਂ ਵੀ ਕਰ ਲੈਂਦੇ ਆ, ਪਰ ਅਸਲ ਦੇ ਵਿੱਚ ਇਹ ਕੋਈ ਚੰਗਾ ਕੰਮ ਨਹੀਂ ਆ। ਅਗਰ ਇਸ ਵਿੱਦਿਆ ਨੂੰ ਕੋਈ ਰੋਕ ਸਕਦਾ ਹੈ ਨਾ ਤਾਂ ਕੇਵਲ ਗੁਰਬਾਣੀ ਦੀ ਸੁਖਮਨੀ ਸਾਹਿਬ ਪਾਠ ਦੀ ਤਾਕਤ ਹੀ ਰੋਕ ਸਕਦੀ ਆ। ਹੋਰ ਕੋਈ ਜਿਹੜਾ ਹੈ ਨਾ ਇਸ ਨੂੰ ਰੋਕਣਾ ਸੰਭਵ ਹੈਗਾ, ਕਿਉਂਕਿ ਤਾਂਤਰਿਕ ਜਿਹੜੇ ਆ ਨਾ ਉਹਨਾਂ ਨੇ ਕੁਛ ਐਸੀਆਂ ਸਿੱਧੀਆਂ ਤਾਕਤਾਂ ਹਾਸਲ ਕਰ ਦਿੱਤੀਆਂ ਕਿ ਜਿਨ੍ਹਾਂ ਦਾ ਜਿਹੜਾ ਤੋੜ ਆ ਆਮ ਇਨਸਾਨ ਦੇ ਵੱਸੋਂ ਬਾਹਰੀ ਗੱਲ ਹੋ ਜਾਂਦੀ ਹੈ। ਪਰ ਗੁਰਬਾਣੀ ਜਿਹੜੀ ਹੈਗੀ ਆ
ਇਹ ਨਿਰੋਧਰ ਮੰਤਰ ਹੈਗਾ, ਇਸ ਕਰਕੇ ਇਹਦੇ ਉੱਤੇ ਦੂਸਰਾ ਕੋਈ ਮੰਤਰ ਅਸਰ ਨਹੀਂ ਕਰ ਸਕਦਾ। ਇਸੇ ਕਰਕੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਹੈਗਾ ਕਿ ਨਮੋ ਮੰਤਰ ਮੰਤਰੇ, ਨਮੋ ਜੰਤਰ ਜੰਤਰੇ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੇ। ਅਸਲ ਦੇ ਵਿੱਚ ਅਕਾਲ ਪੁਰਖ ਆਪ ਹੀ ਮੰਤਰ, ਆਪ ਹੀ ਜੰਤਰ, ਆਪ ਹੀ ਉਹ ਤੰਤਰ ਹੈਗਾ ਅਤੇ ਆਪ ਹੀ ਸਭ ਕੁਛ ਹੈਗਾ। ਇਸ ਕਰਕੇ ਸਾਰੀ ਉਹਦੀ ਖੇਡ ਹੈਗੀ ਆ। ਪਰ ਇਸ ਖੇਡ ਨੂੰ ਜਿਹੜਾ ਮਨੁੱਖ ਹੈਗਾ ਕਿਵੇਂ ਆਪਣੇ ਹੱਥਾਂ ਵਿੱਚ ਲੈ ਕੇ ਜਦੋਂ ਖੇਡਦਾ ਹੈਗਾ ਤਾਂ ਫਿਰ ਭਾਈ ਉਹ ਜਿਹੜੇ ਮਨੁੱਖ ਹੈਗੇ ਦੂਸਰੇ ਦਾ ਭਲਾ ਕਰਨ ਦੀ ਬਜਾਏ ਆਮ ਜਨਤਾ ਨੂੰ ਕਸ਼ਟ ਦੇ ਕੇ ਆਪਣੇ ਸਵਾਰਥ ਸਿੱਧੇ ਕਰਦੇ ਆ। ਸੋ ਜ਼ਰੂਰਤ ਹੈ ਕਿ ਸਾਨੂੰ ਗੁਰਮਤ ਦੇ ਧਾਰਨੀ ਜਦੋਂ ਅਸੀਂ ਹੋ ਜਾਈਏ ਤਾਂ ਫਿਰ ਭਾਈ ਸਾਨੂੰ ਜਿਵੇਂ ਗੁਰਬਾਣੀ ਨੇ ਆਖਿਆ ਹੈ ਕਿ ਜਿਹੜੇ ਗੁਰਮਤ ਦੇ ਧਾਰਨੀ ਹੋ ਜਾਂਦੇ ਆ ਅਤੇ ਉਹਨਾਂ ਦਾ ਪਰਛਾਵਾਂ ਵੀ ਜਿਹੜੇ ਹਨ ਇਹੋ ਜਿਹੀਆਂ ਤੰਤਰ ਵਿਦਿਆ ਇੱਕ ਨਹੀਂ ਭਾਵੇਂ ਕਰੋੜਾਂ ਵੀ ਹੋਣ ਛੂਹ ਨਹੀਂ ਸਕਦੀਆਂ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਦੁਸ਼ਟ ਸ਼ਾਹ ਸਹਿ ਸਕੇ ਨਾ ਕੋਈ, ਕਿ ਜਿਹੜੇ ਦੁਸ਼ਟ ਹੁੰਦੇ ਆ ਉਹ ਉਹਦੇ ਪਰਛਾਵੇਂ ਨੂੰ ਵੀ ਸਹਿ ਨਹੀਂ ਸਕਦੇ। ਅਗਰ ਪਰਛਾਵਾਂ ਵੀ ਟੱਚ ਕਰਨਗੇ ਤਾਂ ਉੱਥੇ ਉਹਨਾਂ ਦੀ ਮੌਤ ਹੋ ਜੂਗੀ। ਸੋ ਭਾਈ ਜ਼ਰੂਰੀ ਆ ਕਿ ਸਾਨੂੰ ਅੱਜ ਤੋਂ ਹੀ ਗੁਰਬਾਣੀ ਦਾ ਲੜ ਫੜ ਕੇ ਆਪਣਾ ਲੋਕ ਅਤੇ ਪਰਲੋਕ ਸਹੇਲਾ ਬਣਾਉਣਾ ਚਾਹੀਦਾ ਹੈਗਾ, ਤਾਂ ਜੋ ਸਾਡੇ ਜੀਵਨ ਦੀ ਜਿਹੜੀ 84 ਲੱਖ ਜੂਨਾਂ ਤੋਂ ਖਲਾਸੀ ਹੋ ਕੇ ਇਹ ਜੀਵਨ ਕਿਤੇ ਉੱਚੇ ਆਕਾਸ਼ ਮੰਡਲਾਂ ਦੇ ਵੱਲ ਜਾ ਸਕੇ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕੋ ਅੱਜ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।